ਕੀ ਰਾਜ਼ ਹੈ ਕਿ ਤੁਹਾਡੀ ਸਕਿਨ ਇੰਨੀ ਜ਼ਿਆਦਾ ਗਲੋ ਕਰਦੀ ਰਹਿੰਦੀ ਹੈ ਔਰ ਮਾਰਕਸ ਫ੍ਰੀ ਹੈ? थोड़ा सा टेक केयर करना और गुड डाइट और केयर फ्री। ਜਿਹੜੇ ਆਰਟਿਸਟ ਜਿਵੇਂ ਮੇਰੀ ਐਮੀ ਨਾਲ ਵੀ ਗੱਲ ਹੋਈ ਸੀਗੀ, ਉਹਨਾਂ ਨੂੰ ਮੈਂ ਮੈਸੇਜ ਕੀਤਾ ਸੀ ਫॉर ਮਾਈ ਵੀ ਮੈਂ ਕੰਸੋਲ ਕਰਨਾ ਐਜ਼ ਅ ਇੰਡਸਟਰੀ ਦਾ ਪਾਰਟ ਹੋਣ ਦੇ ਨਾਤੇ ਮੈਨੂੰ ਮੇਰਾ ਫਰਜ਼ ਬਣਦਾ ਸੀਗਾ। ਲੇਕਿਨ ਉਹਨਾਂ ਦੀ ਵੀ ਮੈਂ ਚੀਜ਼ਾਂ ਸਮਝਦੀ ਹਾਂ ਕਿ ਜਦੋਂ ਕੌਂਟਰੈਕਟਸ ਹੁੰਦੇ ਨੇ ਨਾ, ਤੁਸੀਂ ਉਹ ਨਹੀਂ ਤੋੜ ਸਕਦੇ। ਮੇਰੀ ਸ਼ੁਰੂਆਤ ਇਹੋ ਜਿਹੀ ਹੋਣੀ ਚਾਹੀਦੀ ਹੈ, ਪਹਿਲੇ ਮੈਂ ਉਸ ਚੀਜ਼ ਨੂੰ ਐਕਸਪੀਰੀਅੰਸ ਕੀਤੇ ਬਿਨਾ ਮੈਂ ਕਦੇ ਵੀ ਨਹੀਂ ਕਹਿ ਸਕਦੀ ਕਿ ਮੈਂ ਪੂਰੀ ਫਿਲਮ ਹੋਲਡ ਕਰਨ ਵਾਲਾ ਐਕਸਪੀਰੀਅੰਸ ਹੈਗਾ ਆ। ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹੂੰ ਗਾਇਨ ਔਰ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ ਦੇਸੀ ਚੈਨਲ ਦੇ ਉੱਪਰ। ਤੇ ਅਕਸਰ ਅਸੀਂ ਸੈਲੀਬ੍ਰਿਟੀਜ਼ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਰਹਿੰਦੇ ਹਾਂ ਤੇ ਸੈਲੀਬ੍ਰਿਟੀਜ਼ ਹਰ ਟਾਈਮ ਜਿਹੜੇ ਹੈਗੇ ਆ ਮੇਕਅਪ ਦੇ ਨਾਲ ਰਹਿੰਦੇ ਨੇ, ਕਿਉਂਕਿ ਔਨ ਸਕਰੀਨ ਕੈਮਰਾਜ਼ ਦੇ ਉੱਪਰ ਜਦ ਆਉਣਾ ਹੁੰਦਾ ਤੇ ਟੱਚਅਪਸ, ਮੇਕਅਪਸ, ਫਾਊਂਡੇਸ਼ਨ, ਸਾਰੀਆਂ ਚੀਜ਼ਾਂ ਸਾਡੇ ਫੇਸ ਦੇ ਉੱਪਰ ਅਪਲਾਈ ਹੁੰਦੀਆਂ। ਔਰ ਇਸ ਚੀਜ਼ ਤੋਂ ਉਹ ਕਿਉਰ ਕਿੱਦਾਂ ਕਰਦੇ ਆ ਆਪਣੇ ਆਪ ਨੂੰ ਕਿ ਆਪਣੀ ਸਕਿਨ ਨੂੰ ਵੀ ਅੱਛਾ ਰੱਖਦੇ ਆ ਕਿ ਵਿਦਾਊਟ ਮੇਕਅਪ ਵੀ ਉਹ ਗਲੋ ਕਰਦੀ ਰਹਿੰਦੀ ਹੈ ਹਰ ਟਾਈਮ। ਉਹਦੇ ਲਈ ਉਹ ਟਰੀਟਮੈਂਟਸ ਲੈਂਦੇ ਨੇ ਜਿਹੜੇ ਕਿ ਸਾਡੇ ਫੇਸ ਨੂੰ ਹੋਰ ਜ਼ਿਆਦਾ, ਸਾਡੀ ਸਕਿਨ ਨੂੰ ਹੋਰ ਜ਼ਿਆਦਾ ਅੱਛੀ ਕਰ ਦਿੰਦੀ ਹੈ। ਤੇ ਇੱਦਾਂ ਹੀ ਹਿਮਾਂਸ਼ੀ ਖੁਰਾਨਾ ਅੱਜ ਮੇਰੇ ਨਾਲ ਹੈਗੇ, ਸਾਰੇ ਜਾਣਦੇ ਦ ਬਿਊਟੀਫੁਲ ਗੋਰਜੀਅਸ ਐਕਟਰਸ, ਐਂਡ ਨਾਲ ਹੈਗੇ ਡਾਕਟਰ ਸੁਖ ਸਾਗਰ, ਜਿਹੜੇ ਕਿ ਹਿਮਾਂਸ਼ੀ ਨੂੰ ਗਾਈਡ ਕਰਦੇ ਰਹਿੰਦੇ ਆ ਕਿ ਸਕਿਨ ਕਿੱਦਾਂ ਠੀਕ ਕਰਨੀ ਹੈ। ਵੈਲਕਮ ਟੂ ਦੇਸੀ ਚੈਨਲ। ਥੈਂਕ ਯੂ ਸੋ ਮਚ। ਥੈਂਕ ਯੂ। ਹਿਮਾਂਸ਼ੀ, ਤੁਹਾਡੀ ਸਕਿਨ ਹਮੇਸ਼ਾ ਗਲੋ ਕਰਦੀ ਹੈ ਔਰ ਟਾਈਮ ਵੀ ਜਿਹੜਾ ਕੁਝ ਬਿਗ ਬੌਸ ਦਾ ਹੀ ਚੱਲ ਰਿਹਾ ਹੈ। ਜਦੋਂ ਲਾਸਟ ਡੇ ਤੁਹਾਨੂੰ ਦੇਖਦੇ ਹੁੰਦੇ ਸੀ, ਨੋ ਮੇਕਅਪ ਲੁੱਕ ਤੁਹਾਡੀ ਬਿਗ ਬੌਸ ਦੇ ਵਿੱਚ ਰਹਿੰਦੀ ਸੀ। ਤੁਸੀਂ ਉੱਥੇ ਵੀ ਇੰਨੇ ਖੂਬਸੂਰਤ ਲੱਗਦੇ ਸੀਗੇ ਕੈਮਰਾਜ਼ ਦੇ ਉੱਪਰ, ਕਿਉਂਕਿ ਤੁਹਾਡੇ ਫੇਸ ਦੇ ਉੱਪਰ ਕੋਈ ਮਾਰਕ ਨਹੀਂ ਨਜ਼ਰ ਆਉਂਦਾ ਸੀਗਾ। ਕੀ ਰਾਜ਼ ਹੈ ਕਿ ਤੁਹਾਡੀ ਸਕਿਨ ਇੰਨੀ ਜ਼ਿਆਦਾ ਗਲੋ ਕਰਦੀ ਰਹਿੰਦੀ ਹੈ ਔਰ ਮਾਰਕਸ ਫ੍ਰੀ ਹੈ? ਤੁਹਾਡੀ ਵੀ ਬਹੁਤ ਸੋਹਣੀ ਹੈ, ਮੈਂ ਉਦੋਂ ਦੀ ਨੋਟਿਸ ਕਰ ਰਹੀ ਹਾਂ। ਇੱਕ ਵੀ ਮਾਰਕ ਨਹੀਂ ਹੈ, ਬਟ ਹੁਣ ਮੇਰੇ ਥੋੜ੍ਹੇ ਬਹੁਤ ਹੈਗੇ, ਬਟ ਟਾਈਮ ਨਾਲ ਚੱਲ ਜਾਣਗੇ। ਬਟ ਉਸ ਵਕਤ ਜਿਵੇਂ ਬਿਲਕੁਲ ਕਲੀਨ ਸੀ, ਕੋਈ ਸਕਾਰ ਨਹੀਂ ਸੀਗਾ। ਉਹੀ ਚੀਜ਼ਾਂ ਨੂੰ ਦੇਖ ਦੇਖ ਕੇ ਤਾਂ ਮੈਂ ਟੈਨਸ਼ਨ 'ਚ ਆ ਗਈ ਸੀ ਕਿ ਉਦੋਂ ਇੱਕ ਵੀ ਦਾਗ ਨਹੀਂ ਸੀਗਾ। ਬਟ ਹੁਣ ਹਲਕਾ ਹਲਕਾ ਹੈਗਾ, ਬਟ ਬਹੁਤ ਹੱਦ ਤੱਕ ਮੇਰੀ ਸਕਿਨ ਨੇ ਬਹੁਤ ਜਲਦੀ ਰਿਸਪੌਂਡ ਕੀਤਾ ਆ, ਬਹੁਤ ਜਲਦੀ ਕਿਉਰ ਹੋਈ ਆ। ਸੋ ਬਸ ਥੋੜਾ ਜਿਹਾ ਟੇਕ ਕੇਅਰ ਕਰਨਾ ਔਰ ਗੁੱਡ ਡਾइट और केयर फ्री और ऑफ कैमरा विदाउट मेकअप। ਸੋ ਜਦੋਂ ਤੁਹਾਡੇ ਕੋਲ ਹਿਮਾਂਸ਼ੀ ਆਉਂਦੇ ਨੇ, ਤੁਹਾਡਾ ਮੇਨ ਟਾਰਗੇਟ ਕੀ ਰਹਿੰਦਾ ਹੈਗਾ ਕਿ ਕਿਉਂਕਿ ਇਹਨਾਂ ਦੀ ਸਕਿਨ ਆਲਰੇਡੀ ਬਹੁਤ ਅੱਛੀ ਹੈ, ਬਟ ਉਹਨੂੰ ਹੋਰ ਅੱਛੀ ਬਣਾਉਣਾ ਹੈ ਕਿਉਂਕਿ ਇਹਨਾਂ ਨੇ ਡੇਲੀ ਮੇਕਅਪ ਕਰਨਾ ਹੀ ਕਰਨਾ ਫੇਸ ਦੇ ਉੱਪਰ? ਹਾਂਜੀ, ਸੋ ਬੇਸਿਕਲੀ ਮੇਰਾ ਏਮ ਇਹੀ ਹੁੰਦਾ, ਕਿਉਂਕਿ ਇਹਨਾਂ ਦੀ ਇੱਕ ਤਾਂ ਇਹ ਸ਼ੂਟਿੰਗ ਕਰਕੇ ਬਹੁਤ ਜ਼ਿਆਦਾ ਲਾਈਟ ਨਾਲ ਐਕਸਪੋਜ਼ਡ ਹੁੰਦੀ ਹੈ ਸਕਿਨ, ਅਤੇ ਮੇਕਅਪ ਆਫ ਕੋਰਸ ਇਹਨਾਂ ਨੂੰ ਰੈਗੂਲਰਲੀ ਯੂਜ਼ ਕਰਨਾ ਪੈਂਦਾ। ਸੋ ਬਸ ਇਹੀ ਗਾਈਡ ਕਰਨਾ ਕਿ ਚੰਗਾ ਮੇਕਅਪ ਯੂਜ਼ ਕਰਨ, ਪਲੱਸ ਜਿਵੇਂ ਦੱਸ ਰਹੇ ਨੇ ਜਦੋਂ ਵੀ ਇਹ ਆਉਣ, ਤਾਂ ਕਿ ਰੈਗੂਲਰ ਜੋ ਸਕਿਨ ਹੈਲਥ ਲਈ ਟਰੀਟਮੈਂਟ ਜ਼ਰੂਰੀ ਹੁੰਦੀਆਂ ਇਹਨਾਂ ਨੂੰ ਉਹ ਦੇਈਏ, ਤਾਂ ਕਿ ਅੰਦਰੋਂ ਇੱਕ ਵਾਰ ਸਕਿਨ ਹੈਲਦੀ ਫੇਰ ਤੋਂ ਹੋ ਜਾਏ। ਹਿਮਾਂਸ਼ੀ, ਜਦੋਂ ਤੁਸੀਂ ਬਿਗ ਬੌਸ ਤੋਂ ਵਾਪਸ ਆਏ ਸੀ ਨਾ, ਸਾਰੇ ਪੁੱਛ ਰਹੇ ਸੀਗੇ ਹਿਮਾਂਸ਼ੀ ਹੁਣ ਫਿਲਮਸ ਕਦੋਂ ਕਰ ਰਹੇ ਹੋ, ਫਿਲਮਸ ਦੇ ਵਿੱਚ ਕਦੋਂ ਆ ਰਹੇ ਹੈਗੇ ਹੋ, ਕਿਉਂਕਿ ਆਲਰੇਡੀ ਤੁਸੀਂ ਕੀਤੀਆਂ ਸੀਗੀਆਂ, ਬਟ ਤੁਸੀਂ ਹਮੇਸ਼ਾ ਫਿਲਮਸ ਦੇ ਮਾਮਲੇ ਦੇ ਵਿੱਚ ਥੋੜ੍ਹੇ ਚੂਜ਼ੀ ਰਹੇ ਹੋ। ਔਰ ਉਸ ਤੋਂ ਬਾਅਦ ਹੀ ਕੁਛ ਦੇਰ ਬਾਅਦ ਸ਼ਾਵਾ ਨੇ ਗਿਰਦਾਰੀ ਲਾਲ ਦੀ ਅਨਾਊਂਸਮੈਂਟ ਹੋ ਗਈ ਸੀ, ਤੁਹਾਨੂੰ ਦੇਖਿਆ ਸੈਟਸ ਦੀ ਸ਼ੂਟਸ ਜਿਹੜੇ ਆ ਵਾਇਰਲ ਹੋਏ ਥੋੜ੍ਹੇ ਜਿਹੇ। ਕਿੱਦਾਂ ਦੀ ਜਿਹੜੀ ਹੈਗੀ ਹੈ ਫਿਲਮ ਦੀ ਕਹਾਣੀ ਰਹਿਣ ਵਾਲੀ ਹੈ? ਬਿਕਾਜ਼ ਜ਼ਿਆਦਾ ਨਹੀਂ ਪੁੱਛਾਂਗੇ ਕਿਉਂਕਿ ਇਹ ਸਸਪੈਂਸ ਰਹਿਣਾ ਚਾਹੀਦਾ ਹੈ, ਬਟ ਅਸੀਂ ਕਾਫੀ ਚਿਰਾਂ ਬਾਅਦ ਹਿਮਾਂਸ਼ੀ ਨੂੰ ਫਿਲਮਸ ਦੇ ਵਿੱਚ ਦੇਖਣਾ ਹੈ, ਅਤੇ ਹਿਮਾਂਸ਼ੀ ਇੰਨੀ ਚੂਜ਼ੀ ਰਹੀ ਹੈ ਫਿਲਮਸ ਦੇ ਮਾਮਲੇ ਦੇ ਵਿੱਚ। ਐਸੀ ਕੀ ਸੀ ਖਾਸ ਗੱਲ ਸਕ੍ਰਿਪਟ ਦੇ ਵਿੱਚ ਕਿ ਤੁਸੀਂ ਉਸ ਫਿਲਮ ਨੂੰ ਚੁਣਿਆ? ਨਹੀਂ, ਐਸਾ ਕੁਛ ਨਹੀਂ ਹੈ। ਮੈਨੂੰ ਇਹ ਸੀਗਾ ਕਿ ਜਦੋਂ ਮੈਂ ਅੱਜ ਤੋਂ 10 ਸਾਲ ਪਹਿਲੇ ਫਿਲਮਾਂ ਕੀਤੀਆਂ ਸੀਗੀਆਂ ਹੈ ਨਾ, ਉਦੋਂ ਮੈਂ ਬਹੁਤ ਛੋਟੀ ਸੀ, ਆਈ ਥਿੰਕ 17 18, ਮੈਂ +1 +2 'ਚ ਸੀਗੀ। ਸੋ ਮੈਨੂੰ ਇਹ ਸੀਗਾ ਕਿ ਜਦੋਂ ਮੈਂ ਦੁਬਾਰਾ ਸ਼ੁਰੂ ਕਰਾਂ, ਇੱਕ ਵਧੀਆ ਬੈਨਰ ਤੋਂ ਸਟਾਰਟ ਕਰਾਂ। ਔਰ ਮੇਨ ਇਹ ਵੀ ਹੁੰਦਾ ਕਿ ਆਫ ਕੈਮਰਾ ਟਰੀਟਮੈਂਟ ਕਿੱਦਾਂ ਹੁੰਦਾ ਆ, ਔਰ ਤੁਹਾਨੂੰ ਕਿਸ ਤਰੀਕੇ ਨਾਲ ਅਪਰੋਚ ਕੀਤੀ ਜਾਂਦੀ ਹੈ, ਔਰ ਕਿੰਨੇ ਵਧੀਆ ਆਰਟਿਸਟ ਹੈਗੇ ਨੇ। ਕਿਉਂਕਿ ਫਿਲਮਾਂ ਲੋਕਾਂ ਤੱਕ ਬਾਅਦ 'ਚ ਆਉਂਦੀਆਂ ਨੇ, ਲੇਕਿਨ ਆਫ ਕੈਮਰਾ ਜਿਹੜਾ ਸੈੱਟ ਦੇ ਉੱਤੇ ਮਾਹੌਲ ਹੁੰਦਾ ਆ, ਔਰ ਆਰਟਿਸਟ ਜਿਹੜੇ ਤੁਸੀਂ ਜਿਨ੍ਹਾਂ ਨਾਲ ਕੰਮ ਕਰ ਰਹੇ ਹੋ, ਉਹ ਤੁਹਾਨੂੰ ਕਿਹੋ ਜਿਹਾ ਫੀਲ ਕਰਾਉਂਦੇ ਨੇ, ਔਰ ਤੁਹਾਡੀ ਸ਼ੁਰੂਆਤ ਕਿੰਨੇ ਵਧੀਆ ਬੈਨਰ ਤੋਂ ਹੋ ਰਹੀ ਹੈ, ਉਹ ਮੇਰੇ ਲਈ ਬਹੁਤ ਇੰਪੋਰਟੈਂਟ ਸੀਗਾ। ਸੋ ਜਦੋਂ ਸਾਹਮਣੇ 'ਚ ਹੀ ਕਾਲ ਆਇਆ ਮੈਨੂੰ ਹੰਬਲ ਮੋਸ਼ਨ ਪਿਕਚਰਸ ਤੋਂ, ਔਰ ਮੇਰੀ ਰਾਣਾ ਰਣਬੀਰ ਜੀ ਨਾਲ ਫ਼ੋਨ 'ਤੇ ਗੱਲ ਹੋਈ। ਸੋ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਉਹ ਚੀਜ਼ ਕਹੀ, ਔਰ ਉਹਨਾਂ ਨੇ ਮੈਨੂੰ 3 ਕੁੜੀਆਂ ਦਾ ਕਿਰਦਾਰ ਰੱਖਿਆ ਮੇਰੇ ਸਾਹਮਣੇ। ਸੋ ਫਿਰ ਮੈਨੂੰ ਹੋ ਗਿਆ ਕਿ ਜਿਹੜਾ ਮੈਨੂੰ ਵਧੀਆ, ਮੈਂ ਕਿਹਾ ਸਰ ਤੁਸੀਂ ਜਿਹਨੂੰ ਜਿਹੜਾ ਦੇਣਾ, ਜਿਹੜਾ ਮੇਰੇ ਲਈ ਬੈਸਟ ਬਚੇਗਾ ਮੈਨੂੰ ਦੇ ਦਿਓ। ਬਟ ਮੈਂ ਆਪਣੇ ਵੱਲੋਂ ਉਹਨਾਂ ਨੂੰ ਬਿਲਕੁਲ ਪ੍ਰੈਸ਼ਰ ਨਹੀਂ ਪਾਇਆ ਹੈਗਾ, ਹੈ ਨਾ। ਸੋ ਮੇਰੇ ਲਈ ਇਹ ਸੀਗਾ ਕਿ ਪਹਿਲੇ ਮੈਂ ਉਹ ਐਕਸਪੀਰੀਅੰਸ ਕਰਨਾ ਚਾਹੁੰਦੀ ਹਾਂ।
ਜੀ ਕਈ ਲੋਕਾਂ ਦੇ ਮਾਈਂਡ ਦੇ ਵਿੱਚ ਹੁੰਦਾ ਕਿ ਮੈਨੂੰ ਫਿਲਮ ਦੇ ਵਿੱਚ ਨਾ ਜ਼ਿਆਦਾ ਸਕਰੀਨ ਸਪੇਸ ਚਾਹੀਦੀ ਹੈ, ਕਿਰਦਾਰ ਜੋ ਮਰਜ਼ੀ ਹੋਵੇ, ਪਰ ਕਈਆਂ ਦੇ ਦਿਮਾਗ ਦੇ ਵਿੱਚ ਇਹ ਵੀ ਹੁੰਦਾ ਕਿ ਮੈਨੂੰ ਸਕਰੀਨ ਸਪੇਸ ਭਾਵੇਂ ਘੱਟ ਮਿਲੇ ਬਟ ਮੇਰਾ ਕਿਰਦਾਰ ਜਿਹੜਾ ਹੈਗਾ ਭਾਵੇਂ ਫਿਲਮ ਦੇ ਵਿੱਚ ਥੋੜਾ ਨਜ਼ਰ ਆਏ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਵੜ ਜਾਏ। ਸ਼ਾਵਾ ਨੇ ਕਿਰਦਾਰ ਲਾਲ ਦੇ ਵਿੱਚ ਜਿਵੇਂ ਤੁਸੀਂ ਕਿਹਾ 3 ਕੁੜੀਆਂ ਦਾ ਕਿਰਦਾਰ ਹੈਗਾ, ਉਹ ਕਿੱਦਾਂ ਦਾ ਕਿਰਦਾਰ ਰਹਿਣ ਵਾਲਾ ਹੈ? ਕਿਉਂਕਿ ਤੁਹਾਡੀ ਪਰਸਨੈਲਿਟੀ ਬੜੀ ਸ਼ਾਂਤ ਜੀ ਰਿਜ਼ਰਵ ਜੀ ਹੈ ਕਿ ਸਕਰੀਨ ਦੇ ਉੱਪਰ ਉਹ ਕਿੱਦਾਂ ਦਾ ਕਿਰਦਾਰ ਰਹੇਗਾ? ਹਿਮਾਂਸ਼ੀ ਖੁਰਾਨਾ ਉਸ ਦੇ ਉੱਪਰ ਜਿਹੜਾ ਵੀ ਕਰੈਕਟਰ ਪਲੇ ਕਰ ਰਹੀ ਉਹ ਹਿਮਾਂਸ਼ੀ ਤੋਂ ਕਿੱਦਾਂ ਰਹਿਣ ਵਾਲਾ? ਐਕਚੁਅਲੀ ਬਿਲਕੁਲ, ਕਿਉਂਕਿ ਇਹਦੇ ਵਿੱਚ ਮੇਰਾ ਕਿਰਦਾਰ ਕੋਈ ਬਹੁਤ ਲੰਬਾ ਚੌੜਾ ਨਹੀਂ ਹੈਗਾ, ਟੂ ਬੀ ਵੈਰੀ ਓਨੈਸਟ। ਬਟ ਮੈਨੂੰ ਲੋਕਾਂ ਦੀ ਇੰਨੀ ਪਰਵਾਹ ਨਹੀਂ ਹੈ ਕਿ ਕਹਿੰਦੇ ਨੇ ਹਿਮਾਂਸ਼ੀ ਨੇ ਫਿਲਮ ਕੀਤੀ, ਬਟ ਬੇਸਿਕਲੀ ਦੇਖਿਆ ਜਾਵੇ ਮੈਂ ਇੱਕ ਫੀਲਡ ਤੋਂ ਦੂਸਰੇ ਫੀਲਡ 'ਚ ਜਦੋਂ ਜੰਪ ਮਾਰ ਰਹੀ ਹਾਂ ਤਾਂ ਮੇਰੀ ਸ਼ੁਰੂਆਤ ਇਹੋ ਜਿਹੀ ਹੋਣੀ ਚਾਹੀਦੀ ਹੈ। ਪਹਿਲੇ ਮੈਂ ਉਸ ਚੀਜ਼ ਨੂੰ ਐਕਸਪੀਰੀਅੰਸ ਕੀਤੇ ਬਿਨਾ ਮੈਂ ਕਦੇ ਵੀ ਨਹੀਂ ਕਹਿ ਸਕਦੀ ਕਿ ਮੈਂ ਪੂਰੀ ਫਿਲਮ ਹੋਲਡ ਕਰਨ ਵਾਲਾ ਐਕਸਪੀਰੀਅੰਸ ਹੈਗਾ ਆ ਮੇਰੇ ਵਿੱਚ। ਸੋ ਪਹਿਲੇ ਮੈਂ ਉਸ ਚੀਜ਼ ਨੂੰ ਜਦੋਂ ਐਕਸਪੀਰੀਅੰਸ ਕਰੂੰਗੀ ਔਰ ਮੈਨੂੰ ਸਮਝ ਆਏਗਾ, ਬਿਕਾਜ਼ ਗਾਣੇ ਔਰ ਫਿਲਮਾਂ ਬਣਨ ਦਾ ਬਿਲਕੁਲ ਡਿਫਰੈਂਟ ਇੱਕ ਤਰੀਕਾ। ਸੋ ਜਦੋਂ ਮੈਨੂੰ ਪਤਾ ਚੱਲੇਗਾ ਕਿ ਅੱਛਾ ਕਿੱਦਾਂ ਹੁੰਦੀ ਹੈ, ਕਿਵੇਂ ਸ਼ੂਟ ਹੁੰਦੀ ਹੈ, ਜਾਂ ਜਿਹੜਾ ਅੱਜ ਤੋਂ 10 ਸਾਲ ਪਹਿਲੇ ਸੀ ਉਦੋਂ ਤੁਹਾਡੀ ਮੈਚੋਰਿਟੀ ਲੈਵਲ ਉਹਨਾਂ ਨਹੀਂ ਹੁੰਦਾ। ਸੋ ਇਸ ਸੈੱਟ ਦੇ ਉੱਤੇ ਇਹੀ ਹੋਇਆ ਕਿ ਜਿੰਨਾ ਵੀ ਕਰ ਰਹੀ ਹਾਂ, ਲੇਕਿਨ ਜਿੰਨਾ ਵੀ ਕੀਤਾ ਮੈਨੂੰ ਤਾਰੀਫ ਮਿਲੀ ਹੈ, ਮੈਨੂੰ ਉਹਨਾਂ ਨੇ ਬੜਾ ਪ੍ਰੇਜ਼ ਕੀਤਾ। ਸੋ ਮੇਰੇ ਲਈ ਇਹ ਇੰਪੋਰਟੈਂਟ ਹੈ ਕਿ ਤੁਸੀਂ ਛਾਪ ਕਿੰਨੀ ਕੁ ਛੱਡ ਕੇ ਜਾਂਦੇ ਹੋ, ਮੈਟਰ ਇਹ ਕਰਦਾ ਆ। ਕਈ ਵਾਰ ਹੁੰਦਾ ਤੁਸੀਂ ਪੂਰੀ ਫਿਲਮ ਦੇ ਵਿੱਚ ਨਾਲ ਹੁੰਨੇ ਹੋ, ਬਟ ਇਸ ਜਸਟ ਆਈ ਕੈਂਡੀ ਵਾਲੀ ਚੀਜ਼ ਨਹੀਂ ਜ਼ਰੂਰੀ ਹੈਗੀ, ਉਹ ਤੁਹਾਡੇ ਕਰੀਅਰ ਨੂੰ ਕਿੰਨਾ ਕੁ ਬੈਨੀਫਿਟ ਦਿੰਦੀ ਹੈ, ਇਹ ਮੈਟਰ ਕਰਦਾ ਆ। ਤੇ ਬਾਲੀਵੁੱਡ ਦੇ ਲਈ ਸਾਡੇ ਲਈ ਕੋਈ ਸਰਪ੍ਰਾਈਜ਼ ਹੈ ਕਿ ਬਾਲੀਵੁੱਡ ਦੇ ਵਿੱਚ ਅਨਾਉਂਸਮੈਂਟ ਕੋਈ ਸੂਨ ਹੋ ਜਾਏ ਕਿ ਹਿਮਾਂਸ਼ੀ ਆ ਰਹੀ? ਬੇਸਿਕਲੀ ਦੇਖੋ, ਹਾਲੇ ਜਿਹੜੇ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਵਿੱਚ, ਸੋ ਅਸੀਂ ਉਹ ਚੀਜ਼ਾਂ ਦਾ ਬਹੁਤ ਖਿਆਲ ਰੱਖ ਰਹੇ ਹਾਂ ਕਿ ਸਾਡੇ ਤੋਂ ਕੋਈ ਭੁੱਲ ਚੁੱਕ ਕੋਈ ਗਲਤੀ ਨਾ ਹੋਵੇ। ਔਰ ਦੂਸਰਾ, ਜਿਹੜੀ ਜ਼ਿਆਦਾਤਰ ਵੈਬ ਸੀਰੀਜ਼ ਔਰ ਕੋਈ ਵੀ ਚੀਜ਼ ਆਉਂਦੀ ਆ ਉਹਦੇ ਵਿੱਚ ਹਮੇਸ਼ਾ ਮੇਨ ਪ੍ਰਾਇੋਰਿਟੀ 'ਤੇ ਸਾਡੀ ਸਟੋਰੀ 'ਤੇ ਗੱਲ ਹੋ ਜਾਂਦੀ, ਸਭ ਹੋ ਜਾਂਦਾ। ਉਹ ਇੰਟੀਮੇਟ ਸੀਨਸ ਦੀ ਡਿਮਾਂਡ ਕਰਦੇ ਆ, ਜੋ ਕਿ ਮੈਂ ਜੋ ਕਦੇ ਹੋ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਹੈਗਾ। ਸੋ ਉਹ ਕਰਦੇ ਕਰਦੇ ਕਈ ਪ੍ਰੋਜੈਕਟਸ ਜਿਹੜੇ ਨੇ ਅਸੀਂ ਮਨਾ ਕੀਤੇ ਨੇ ਔਰ ਸਾਡੇ ਹੱਥੋਂ ਗਏ ਨੇ। ਜੀ, ਮੈਨੂੰ ਲੱਗਦਾ ਕਿ ਜੋ ਵੀ ਡਿਸੀਜਨ ਤੁਸੀਂ ਆਪਣੀ ਲਾਈਫ ਦੇ ਵਿੱਚ ਇਹਨਾਂ 10 ਸਾਲਾਂ ਦੇ ਵਿੱਚ ਕਰੀਅਰ ਦੇ ਵਿੱਚ ਲਏ ਹੈ, ਉਹ ਇਹੀ ਰੀਜ਼ਨ ਹੈ ਕਿ ਤੁਸੀਂ ਚੂਜ਼ੀ ਵੀ ਰਹੇ ਹੋ ਔਰ ਆਪਣੇ ਇੱਕ ਮਾਈਂਡ ਸੈਟ ਹੁੰਦਾ ਕਿ ਮੈਂ ਚੀਜ਼ਾਂ ਫੀਲਡ ਦੇ ਵਿੱਚ ਕਰਨੀਆਂ ਨਹੀਂ ਕਰਨੀਆਂ। ਇਹੀ ਕਾਰਨ ਹੈ ਕਿ ਤੁਸੀਂ ਇੱਕ ਲੈਗੇਸੀ ਮੇਨਟੇਨ ਕਰਕੇ ਵੀ ਰੱਖੀ ਹੋਈ ਹੈ, ਲੋਕ ਤੁਹਾਨੂੰ ਜਾਣਦੇ ਹੈ, ਐਡਮਾਇਰ ਕਰਦੇ ਆ, ਫੋਲੋ ਕਰਦੇ ਹੈਗੇ ਆ ਕਿ ਤੁਸੀਂ ਪਿੱਕੀ ਹੋ। ਔਰ ਹੁਣ ਜਿਹੜੀ ਤੁਸੀਂ ਆਪੇ ਗੱਲ ਕੀਤੀ ਕਿ ਪੰਜਾਬ ਦਾ ਮਾਹੌਲ ਠੀਕ ਹੋਵੇ, ਬਾਲੀਵੁੱਡ ਦੇ ਖਿਲਾਫ ਥੋੜ੍ਹੇ ਲੋਕ ਗਏ ਹੋਏ ਨੇ, ਤੁਸੀਂ ਇਹ ਚੀਜ਼ ਦੇਖਦੇ ਹੋ ਕਿ ਆਰਟਿਸਟਾਂ ਲਈ ਇਹ ਚੀਜ਼ ਕੋਈ ਬਾਊਂਡਰੀਜ਼ ਹੁੰਦੀਆਂ ਨੇ? ਇਹ ਚੀਜ਼ਾਂ ਆਰਟਿਸਟ ਇਸ ਵਕਤ ਆਈ ਥਿੰਕ ਮੇਰੀ ਥੋੜ੍ਹੀ ਜਿਹੀ ਗੁਜ਼ਾਰਿਸ਼ ਇਹ ਰਹੇਗੀ ਕਿ ਜਿੰਨੇ ਵੀ ਲੋਕ ਹੈਗੇ ਨੇ ਨਾ, ਉਹ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਨ, ਕਿਉਂਕਿ ਕੋਈ ਵੀ ਰਾਜਨੀਤਿਕ ਚੀਜ਼ ਹੁੰਦੀ ਹੈ ਤਾਂ ਆਰਟਿਸਟ ਨੂੰ ਫੜ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਜੇ ਅਸੀਂ ਇਹਨੂੰ ਕਹਾਂਗੇ ਇੱਥੋਂ ਵਾਇਰਲ ਹੋ ਜਾਏਗੀ ਚੀਜ਼। ਜੇ ਕੋਈ ਵੀ ਮਾੜੀ ਚੰਗੀ ਗੱਲ ਹੋ ਰਹੀ ਹੈ ਤਾਂ ਵੀ ਕਹਿੰਦੇ ਨੇ ਆਰਟਿਸਟ ਨੂੰ ਕਿ ਤੁਸੀਂ ਮੂਹਰੇ ਆ ਕੇ ਬੋਲੋ। ਲੇਕਿਨ ਸਾਡੇ ਨਾਲ ਬੜੀ ਵਾਰੀ ਹੋਇਆ ਕਿ ਜਦੋਂ ਅਸੀਂ ਜਾਂਦੇ ਹਾਂ ਉਦੋਂ ਵੀ ਥੋੜ੍ਹਾ ਜਿਹਾ ਕਈ ਵਾਰੀ ਕਹਿ ਦਿੰਦੇ ਨੇ ਕਿ ਅੱਛਾ ਇਹ ਕਿਉਂ ਆਏ ਨੇ ਹੁਣ, ਹੈ ਨਾ। ਸੋ ਹਰ ਪਾਸਿਓਂ ਆਰਟਿਸਟ ਨੂੰ ਟਾਰਗੇਟ ਕਰਦੇ ਨੇ, ਕੀਤਾ ਜਾਂਦਾ। ਬਟ ਜਿਵੇਂ ਜਿਹੜੇ ਆਰਟਿਸਟ, ਜਿਵੇਂ ਮੇਰੀ ਐਮੀ ਨਾਲ ਵੀ ਗੱਲ ਹੋਈ ਸੀਗੀ, ਉਹਨਾਂ ਨੂੰ ਮੈਂ ਮੈਸੇਜ ਕੀਤਾ ਸੀ ਫॉर ਮਾਈ ਵੀ ਮੈਂ ਕੰਸੋਲ ਕਰਨਾ ਐਜ਼ ਅ ਇੰਡਸਟਰੀ ਦਾ ਪਾਰਟ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀਗਾ। ਲੇਕਿਨ ਉਹਨਾਂ ਦੀ ਵੀ ਮੈਂ ਚੀਜ਼ਾਂ ਸਮਝਦੀ ਹਾਂ ਕਿ ਜਦੋਂ ਕੰਟਰੈਕਟਸ ਹੁੰਦੇ ਨੇ ਨਾ, ਤੁਸੀਂ ਉਹ ਨਹੀਂ ਤੋੜ ਸਕਦੇ, ਬਿਲਕੁਲ ਵੀ ਨਹੀਂ ਤੋੜ ਸਕਦੇ। ਇਵਨ ਬਿਗ ਬੌਸ ਦੇ ਟਾਈਮ ਬੜੇ ਜਾਣਿਆਂ ਨੇ ਕਿਹਾ ਕਿ ਹਿਮਾਂਸ਼ੀ ਇਹ ਉਹ ਬੜੀ ਜਦੋਂ ਟ੍ਰੋਲਿੰਗ ਹੁੰਦੀ ਆ, ਬਟ ਸਾਡਾ ਜਿਹੜਾ ਕੰਟਰੈਕਟ ਹੁੰਦਾ, ਜੇ ਉਹਨੂੰ ਕੋਈ ਪੜ੍ਹ ਲਵੇ ਤਾਂ ਨਾਰਮਲ ਇਨਸਾਨ ਉਹਦੀ ਭਰਪਾਈ ਨਹੀਂ ਕਰ ਸਕਦਾ। ਓਨੈਸਟਲੀ ਜਿੰਨੇ ਦੀ ਉਹਨਾਂ ਦੀ ਬਿਸਲਰੀ ਦਾ ਖਰਚਾ ਆਉਂਦਾ, ਉਹਨੇ 'ਚ ਆਪਣੀ ਇੱਥੇ ਇੱਕ ਫਿਲਮ ਬਣਦੀ ਹੈ। ਸੋ ਅਸੀਂ ਆਪਣਾ ਘਰ-ਬਾਰ ਵੀ ਵੇਚ ਦਾਂਗੇ, ਉਹਨਾਂ ਦੀ ਫਿਲਮ ਦਾ ਪੂਰਾ ਨਹੀਂ ਕਰ ਪਾ ਸਕਦੇ। ਜਿਹੜੀ ਚੀਜ਼ ਨਿਕਲ ਗਈ, ਸਾਡਾ ਫਰਜ਼ ਓਬਵੀਅਸਲੀ, ਮੈਂ ਆਲਵੇਜ਼ ਕਿਹਾ ਆ, ਸਾਡੀ ਪਹਿਲੀ ਪ੍ਰਾਇੋਰਿਟੀ ਪੰਜਾਬ ਹੈ। ਲੇਕਿਨ ਸਮ ਟਾਈਮ ਕੀ ਹੁੰਦਾ ਕਿ ਆਰਟਿਸਟ ਬਹੁਤ ਚੀਜ਼ਾਂ ਆ, ਮੈਂ ਬਹੁਤ ਘੱਟ ਸ਼ਬਦਾਂ 'ਚ ਬਹੁਤ ਵੱਡੀ ਗੱਲ ਕਹਿ ਰਹੀ ਹਾਂ, ਆਰਟਿਸਟ ਬਹੁਤ ਚੀਜ਼ਾਂ ਨਹੀਂ ਰਿਵੀਲ ਕਰ ਪਾਉਂਦਾ, ਬਟ ਸਾਡੇ ਉੱਤੇ ਕੈਸੇ ਤਰ੍ਹਾਂ ਦੇ ਪ੍ਰੈਸ਼ਰ ਆਉਂਦੇ ਨੇ, ਕਿਸ ਤਰ੍ਹਾਂ ਦਾ ਹਰ ਪਾਸਿਓਂ ਸਾਨੂੰ ਪ੍ਰੈਸ਼ਰ ਆਉਂਦਾ ਹੈ, ਜਾਂ ਕੀ ਮਤਲਬ ਸਾਡੇ ਲਈ ਐਂ ਹੋ ਜਾਂਦਾ ਇੱਧਰ ਜਾਈਏ ਕਰੀਏ ਕੀ। ਔਰ ਇਸੇ ਚੱਕਰ 'ਚ ਬਹੁਤ ਸਾਰੇ ਆਰਟਿਸਟ ਚੁੱਪ ਕਰਕੇ ਬਹਿ ਜਾਂਦੇ ਨੇ। ਹਿਮਾਂਸ਼ੀ, ਤੁਸੀਂ ਇੱਕ ਚੀਜ਼ ਖੁਦ ਵੀ ਅਬਜ਼ਰਵ ਕੀਤੀ ਹੋਏਗੀ ਕਿ ਤੁਸੀਂ ਕਿਹਾ ਕਿ ਬਿਗ ਬੌਸ 'ਚ ਜਦ ਮੈਂ ਗਈ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ, ਉਹ 'ਚ ਓਬਵੀਅਸਲੀ ਪੰਜਾਬੀ ਵੀ ਹੋਣਗੇ, ਪੰਜਾਬ ਦੇ ਲੋਕ ਵੀ ਹੋਣਗੇ। ਤੁਸੀਂ ਬਾੜ ਆਈ ਸੀਗੀ ਖਾਲਸਾ ਏਡ ਨਾਲ, ਤੁਸੀਂ ਬਹੁਤ ਜ਼ਿਆਦਾ ਰਲ ਕੇ ਕੰਮ ਕੀਤਾ ਸੀਗਾ। ਜਦੋਂ ਐਮ ਏ ਵਿਰਕ ਨੇ ਬਹੁਤ ਜ਼ਿਆਦਾ ਡੋਨੇਸ਼ਨ ਵੀ ਜਦ ਦਿੱਤਾ ਹੈ, ਅਟੈਕਸ ਹੋਏ ਨੇ ਜਦ ਇੰਡੀਆ ਦੇ ਉੱਪਰ, ਉਸ ਟਾਈਮ ਦੇ ਉੱਪਰ, ਜਦ ਵਕਤ ਦੇ ਵਿੱਚ ਮੈਨੂੰ ਲੱਗਦਾ ਕੋਈ ਇੱਕ ਬੰਦਾ ਜਦ ਕੋਈ ਸ਼ੋਸ਼ਾ ਛੱਡ ਦਿੰਦਾ, ਉਹਦੇ ਕਰਕੇ ਲੋਕ ਵੀ ਆਰਟਿਸਟਾਂ ਦਾ ਚੰਗਾ ਕੀਤਾ ਭੁੱਲ ਜਾਂਦੇ ਨੇ।
ਦੇਖੋ ਉਹ ਚੀਜ਼ ਹੈ ਵੀ ਹਸਾਏ ਦਾ ਨਾਂ ਨਹੀਂ ਰਵਾਏ ਦਾ 1 ਮਿੰਟ 'ਚ ਹਨਾ 99 ਚੀਜ਼ਾਂ ਵਧੀਆ ਕੀਤੀਆਂ ਉਹ ਕਿਸੇ ਨੇ ਦੇਖੀਆਂ ਨਹੀਂ ਬਟ ਇਹ ਵੀ ਦੇਖੋ ਨਾ ਮੈਂ ਅੱਜ ਅਗਰ ਮੰਨ ਲਓ 10 ਲੱਖ ਕਮਾ ਰਹੀ ਹਾਂ ਮੈਂ 10 ਚੋਂ ਲੱਖ ਦੀ ਹੈਲਪ ਕਰਨ ਜੋਗੀ ਹੈਗੀ ਆ ਲੇਕਿਨ ਜਦ ਮੇਰੇ ਤੋਂ ਮੇਰੀ ਉਹ ਚੀਜ਼ ਹੀ ਖੋਣ ਦੀ ਗੱਲ ਕਰੋਗੇ ਤਾਂ ਮੈਂ ਫਿਰ ਆਵਾਂਗੀ ਵੀ ਕਿਵੇਂ ਫਿਰ ਜਿਹੜੀ ਮੈਂ 99 ਚੀਜ਼ਾਂ ਕਰ ਰਹੀ ਹਾਂ ਉਹ ਵੀ ਮੇਰੀ ਖਤਮ ਹੋ ਜਾਣਗੀਆਂ ਉਹ ਤਾਂ ਬਾਅਦ 'ਚ ਖਤਮ ਹੁੰਦੀਆਂ ਨੇ ਜਦੋਂ ਤੁਸੀਂ ਪਹਿਲਾਂ ਆਪਣਾ ਘਰ ਪੂਰਾ ਪਰਪੱਖ ਬਣਾਉਂਦੇ ਹੋ ਵਧੀਆ ਬਣਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਨੈਕਸਟ ਜਾ ਕੇ ਕਿਸੇ ਦੀ ਹੈਲਪ ਕਰਦੇ ਹੋ ਹੈ ਨਾ ਲੇਕਿਨ ਉਹਨਾਂ ਦੇ ਵੀ ਖਰਚੇ ਹੋਣਗੇ ਉਹਨਾਂ ਦੀ ਵੀ ਚੀਜ਼ਾਂ ਹੁਣ ਸਾਨੂੰ ਪਤਾ ਅਸੀਂ ਟੈਕਸ ਭਰਦੇ ਹਾਂ ਸਾਡੀ ਚੀਕਾਂ ਨਿਕਲ ਜਾਂਦੀਆਂ ਨੇ ਇੰਨੇ ਖਰਚੇ ਹੁੰਦੇ ਨੇ ਨਾ ਸੋ ਉਹਨਾਂ ਨੂੰ ਦੇਖੋ ਜਿਨ੍ਹਾਂ ਦੀਆਂ ਫਿਲਮਾਂ ਰੁਕ ਗਈਆਂ ਜਿਨ੍ਹਾਂ ਦੀਆਂ ਚੀਜ਼ਾਂ ਹੋ ਗਈਆਂ ਯੈਸ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਵੇਂ ਹੁਣ ਮੇਰਾ ਗਾਣਾ ਹੈ ਉਹ ਸਾਲ ਪਹਿਲੇ ਦਾ ਸ਼ੂਟ ਹੋਇਆ ਉਸ ਤੋਂ ਬਾਅਦ ਗਾਣੇ ਰਿਲੀਜ਼ ਹੀ ਨਹੀਂ ਹੋਏ ਤਾਂ ਉਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ ਕੰਪਨੀ ਜਦੋਂ ਰਿਲੀਜ਼ ਕਰੇ ਲੇਕਿਨ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਵੀ ਕੋਈ ਵੀ ਐਸੀ ਚੀਜ਼ ਨਾ ਕਰੀਏ ਜਿਵੇਂ ਬਹੁਤ ਸਾਰੀਆਂ ਚੀਜ਼ਾਂ ਮੇਰੇ ਕੋਲ ਆਈਆਂ ਜਿਹਦੇ ਵਿੱਚ ਜਿੱਥੋਂ ਪੰਜਾਬੀ ਜਿੱਥੇ ਸਾਡੀ ਇਨਸਲਟ ਹੋਈ ਹੋਵੇ ਜਾਂ ਜਿਹੜੀ ਸਾਡੇ ਕਰਨ ਲਾਇਕ ਨਹੀਂ ਹੈਗੀ ਅਸੀਂ ਉਹ ਚੀਜ਼ਾਂ ਮਨਾ ਕਰਤੀਆਂ ਜਦੋਂ ਸਾਡੇ ਕੋਲ ਹਾਂ ਜਾਂ ਨਾ ਕਰਨ ਦੀ ਸਾਡੇ ਕੋਲੇ ਸ਼ਕਤੀ ਹੈਗੀ ਆ ਅਸੀਂ ਉਸ ਵਕਤ ਕਰ ਦਿੰਦੇ ਹਾਂ ਲੇਕਿਨ ਜਿੱਥੇ ਫਸ ਗਏ ਆ ਉੱਥੇ ਥੋੜ੍ਹਾ ਜਿਹਾ ਉਹ ਕਰਨਾ ਪੈਂਦਾ ਆ ਥੋੜੀ ਸੀਰੀਅਸ ਗੱਲਾਂ ਤੋਂ ਥੋੜਾ ਹਟਦੇ ਆ ਤੇ ਕਿਉਂਕਿ ਮੈਮ ਬੋਰ ਹੋ ਜਾਣਗੇ ਮੈਮ ਕਿਹੜੀਆਂ ਸਰਵਿਸਿਜ਼ ਜਿਹੜੀਆਂ ਹੈਗੀਆਂ ਤੁਹਾਡੇ ਕਲੀਨਿਕ ਦੇ ਵਿੱਚ ਦਿੱਤੀਆਂ ਜਾਂਦੀਆਂ ਸਕਿਨ ਕੇਅਰ ਸੋ ਬੇਸਿਕਲੀ ਸਾਰਾ ਕੁਝ ਪਿੰਪਲਸ ਔਰ ਪਿਗਮੈਂਟੇਸ਼ਨ ਤੋਂ ਲੈ ਕੇ ਐਂਟੀ ਏਜਿੰਗ ਜਿਹਦੇ 'ਚ ਸਕਿਨ ਟਾਈਟਨਿੰਗ ਵੀ ਆ ਜਾਂਦੀ ਹੈ ਬੇਸਿਕ ਸਕਿਨ ਦਾ ਗਲੋ ਹੋ ਗਿਆ ਕਿਸੇ ਦੇ ਓਪਨ ਪੋਰਸ ਨੇ ਛਾਈਆਂ ਨੇ ਇਹ ਸਾਰੇ ਹਰੇਕ ਸਕਿਨ ਦੀ ਟਰੀਟਮੈਂਟ ਇੱਥੇ ਦਿੰਦੀ ਜਾਂਦੀ ਹੈ ਚਾਹੀਦਾ ਸਾਰੇ ਕਦੇ ਇਦਾਂ ਹੋਇਆ ਕਿ ਤੁਹਾਡੇ ਮਦਰ ਇੱਥੇ ਆਏ ਹੋਣ ਤੇ ਤੁਸੀਂ ਕਹੋਗੇ ਚਲੋ ਯਾਰ ਚੱਲੀਏ ਤੁਹਾਡੀ ਵੀ ਕੋਈ ਫੇਸ ਟ੍ਰੀਟਮੈਂਟ ਕਰ ਮੈਂ ਓਨੈਸਟਲੀ ਮੇਰੇ ਮਦਰ ਮੈਨੂੰ ਕਹਿੰਦੇ ਰਹਿੰਦੇ ਨੇ ਕਿ ਮੈਂ ਟ੍ਰੀਟਮੈਂਟ ਕਰਾਉਣਾ ਹੈ ਕੁਛ ਹੈ ਬਟ ਮੇਰਾ ਖੁਦ ਦਾ ਹੀ ਘਰ ਬਹੁਤ ਘੱਟ ਚੱਕਰ ਲੱਗਦਾ ਅਤੇ ਬਟ ਫਿਰ ਮੈਂ ਸੋਚਿਆ ਸੀਗਾ ਬਿਕੋਜ਼ ਉਹਨਾਂ ਨੂੰ ਥੋੜ੍ਹੇ ਜਿਹੇ ਬਲੈਮਿਸ਼ਿਸ ਹੈਗੇ ਆ ਮੈਨੂੰ ਇਹ ਹੈ ਕਿ ਕਿਉਂਕਿ ਫਿਰ ਇਹ ਹੈ ਕਿ ਉਹ ਲੁਧਿਆਣੇ ਰਹਿੰਦੇ ਨੇ ਮੈਂ ਇੱਥੇ ਰਹਿੰਦੀ ਹਾਂ ਫਿਰ ਆਉਣ ਜਾਣ ਦੇ ਵਿੱਚ ਕਿਉਂਕਿ ਮੇਰੇ ਮੰਮੀ ਥੋੜ੍ਹੇ ਜਿਹੇ ਕਿਉਂਕਿ ਆਪਣੀ ਮੰਮੀਆਂ ਘਰ ਦੇ ਵਿੱਚ ਇੰਨੀ ਇਨਵੋਲਵ ਹੋ ਚੁੱਕੀਆਂ ਹੁੰਦੀਆਂ ਹਨ ਉਹਨਾਂ ਕੋਲ 2 ਡੌਗਸ ਨੇ ਉਹਨਾਂ ਨੂੰ ਛੱਡ ਕੇ ਨਹੀਂ ਆਉਂਦੇ ਸੋ ਇਹ ਹੋ ਜਾਏਗਾ ਕਿ ਇੱਕ ਟ੍ਰੀਟਮੈਂਟ ਕਰਾ ਲਿਆ ਫਿਰ ਨੈਕਸਟ ਕਰਾਉਣਾ ਇੰਪੋਰਟੈਂਟ ਹੁੰਦਾ ਆ ਇੱਕ ਟਾਈਮ ਦੇਣਾ ਪੈਂਦਾ ਅਤੇ ਉਹ ਕੈਰੀ ਕਰ ਪਾਉਣਗੇ ਜਾਂ ਨਹੀਂ ਉਹ ਫਿਰ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਅੱਜ ਕੱਲ੍ਹ ਇੰਸਟਾਗ੍ਰਾਮ ਦੇ ਉੱਪਰ ਵੀ ਰੀਲਸ ਦੇ ਵਿੱਚ ਵੀ ਬਹੁਤ ਜ਼ਿਆਦਾ ਐਕਟਿਵ ਹੋਏ ਹੋ ਔਰ ਆਪਣੀ ਟੀਮ ਦੇ ਨਾਲ ਤੁਸੀਂ ਕੁਛ ਨਾ ਕੁਛ ਪਾਉਂਦੇ ਰਹਿੰਦੇ ਹੋ ਲੋਕ ਬਹੁਤ ਜ਼ਿਆਦਾ ਉਸਨੂੰ ਐਪਰੀਸ਼ੀਏਟ ਵੀ ਕਰਦੇ ਆ ਬਟ 1-2 ਵਾਰ ਤੁਸੀਂ ਵੀ ਨੈਗੇਟਿਵਿਟੀ ਫੇਸ ਕੀਤੀ ਹੈ ਸੋਸ਼ਲ ਮੀਡੀਆ ਦੀ ਨੈਗੇਟਿਵਿਟੀ ਨੂੰ ਕਿੱਦਾਂ ਹੈਂਡਲ ਕਰਦੇ ਹੋ 1-2 ਵਾਰ ਹਮੇਸ਼ਾ ਹੀ ਹੁੰਦੀ ਹੈ ਨਹੀਂ ਅਸੀਂ ਹਮੇਸ਼ਾ ਨੂੰ ਨੋਟਿਸ ਨਹੀਂ ਕਰਦੇ ਸੀ 1-2 ਵਾਰ ਨੂੰ ਹੀ ਸੀਰੀਅਸ ਲੈ ਲੈਂਦੇ See, trolling is easy crime for people these days. ਈਜ਼ੀ ਕ੍ਰਾਈਮ ਹੈ ਪਹਿਲੇ ਅੱਗੇ ਗਾਲ ਕੱਢ ਦਿੰਦੇ ਸੀ ਤਾਂ ਜੀ ਨਾਲ ਹੀ ਪੁਲਿਸ ਨੂੰ ਬੁਲਾ ਲਿਆ ਤਾਂ ਸੋਲਵ ਕਰਾ ਕੇ ਜਾਂਦੇ ਸੀ ਹੁਣ ਲੋਕ ਗਾਲ ਨਹੀਂ ਕੱਢਦੇ ਹੁਣ ਕਮੈਂਟ ਸੈਕਸ਼ਨ 'ਚ ਨਾਲ ਵਾਲੇ ਨੂੰ ਗਾਲ ਕੱਢ ਦਿੰਦੇ ਨੇ ਉਹਨਾਂ ਨੂੰ ਪਤਾ ਹੈ ਈਜ਼ੀਲੀ ਟਰੇਸ ਨਹੀਂ ਹੋਏਗਾ ਈਜ਼ੀਲੀ ਫੜਿਆ ਨਹੀਂ ਜਾਏਗਾ ਸੋ ਆਪਣੀ ਫਰਸਟ੍ਰੇਸ਼ਨ ਸਾਰੀ ਉੱਥੇ ਕੱਢਦੇ ਸੋ ਈਜ਼ੀ ਕ੍ਰਾਈਮ ਬਣ ਚੁੱਕਾ ਹੈ ਇਹ ਉਹਦੇ ਨਾਲ ਕੀ ਹੁੰਦਾ ਇਹਨਾਂ ਦਾ ਮਕਸਦ ਸਿਰਫ ਇਹ ਹੈ ਪਹਿਲੇ ਵੀ ਆਂਢ ਗੁਆਂਢ ਦੇ ਵਿੱਚ ਵੀ ਇਹੀ ਹੁੰਦਾ ਸੀ ਕਿ ਇਹਨੂੰ ਪਰੇਸ਼ਾਨ ਕਰਨਾ ਸੋ ਹੁਣ ਉਹਨਾਂ ਦਾ ਵੀ ਮੇਨ ਮੋਟਿਵ ਇਹ ਹੈ ਕਿ ਪਰੇਸ਼ਾਨ ਕਰੋ ਜਿਵੇਂ ਕਰਨਾ ਕਰੋ ਲੇਕਿਨ ਮੇਨ ਚੀਜ਼ ਇਹ ਹੈ ਵੀ ਜਿਹੜਾ ਆਪਣੀ ਫੋਟੋ ਲਗਾ ਕੇ ਸਾਹਮਣੇ ਨਹੀਂ ਆ ਸਕਦਾ ਉਹ ਸਾਡੇ ਫੇਸ 'ਤੇ ਕਮੈਂਟ ਕਰ ਰਿਹਾ ਹੁੰਦਾ ਆ ਤੋ ਜਿਹਦੀ ਆਈਡੈਂਟੀਟੀ ਨਹੀਂ ਹੈਗੀ ਉਹ ਇੱਕ ਗਾਇਬ ਚੀਜ਼ ਆ ਉਹਨੂੰ ਆਪਾਂ ਕੀ ਕਹਿ ਲਾਂਗੇ ਸੋ ਮੈਨੂੰ ਲੱਗਦਾ ਕਿ ਪਿੱਛੋਂ ਵੀ ਬੋਲਿਆ ਜਾ ਰਿਹਾ ਇਸ਼ਾਰਾ ਕਰੋ ਬਸ ਕਰੋ ਅਬ ਸੋ ਬੜਾ ਵਧੀਆ ਲੱਗੇ ਤੁਹਾਡੇ ਨਾਲ ਗੱਲ ਕਰਕੇ ਐਂਡ ਅਸੀਂ ਉਮੀਦ ਕਰਦੇ ਹਾਂ ਕਿ ਇਦਾਂ ਹੀ ਤੁਹਾਡੀ ਸਕਿਨ ਗਲੋ ਕਰਦੀ ਰਹੇਗੀ ਕੁਝ ਤੁਹਾਡੇ ਐਫਰਟਸ ਕਰਕੇ ਅਤੇ ਕੁਝ ਇਹਨਾਂ ਦੇ ਐਫਰਟਸ ਕਰਕੇ ਅਤੇ ਜਲਦੀ ਫਿਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਮੈਮ ਅੰਤ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਹਰ ਕੋਈ ਆਪਣੀ ਸਕਿਨ ਦਾ ਖਿਆਲ ਰੱਖੇ ਜਿਹਦੇ ਲਈ ਡਾਈਟ ਅਤੇ ਐਕਸਰਸਾਈਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਬਾਕੀ ਚੀਜ਼ਾਂ ਲਈ ਤਾਂ ਅਸੀਂ ਹੈਗੇ ਹਾਂ ਮਾਨਸੀ ਸਭ ਕੁਝ ਕਰ ਰਹੀ ਹੈ ਡਾਈਟ ਵੀ ਕਰ ਰਹੀ ਹੈ ਐਕਸਰਸਾਈਜ਼ ਵੀ ਕਰ ਰਹੀ ਹੈ ਇਸ ਥੋੜ੍ਹੇ ਕਿਉਂਕਿ ਮੇਰੀ ਸਕਿਨ ਮੈਡੀਸਨ ਚੱਲ ਰਹੀ ਸੀ ਥੋੜ੍ਹੇ ਜਿਹੇ ਮੇਰੇ ਫੈਨਸ ਨੂੰ ਮੇਰੇ ਤੋਂ ਸੀਗਾ ਕਿ ਥੋੜ੍ਹਾ ਫੇਸ ਬਲੋਟ ਲੱਗ ਰਿਹਾ ਇਹ ਲੱਗ ਰਿਹਾ ਬਿਕੋਜ਼ ਉਹ ਸਕਿਨ ਮੈਡੀਸਨ ਸੀਗੀ ਮੈਂ ਕੁਝ ਹਾਰਮੋਨ ਮੈਡੀਸਨਸ 'ਤੇ ਸੀਗੀ ਉਹਦੇ ਨਾਲ ਵੇਟ ਗੇਨ ਹੁੰਦਾ ਸੋ ਹੁਣ ਮੈਂ ਬਹੁਤ ਮਿਹਨਤ ਕਰ ਰਹੀ ਹਾਂ ਆਈ ਹੋਪ ਪਰ ਤੁਸੀਂ ਜਿੰਨੀ ਵਾਰੀ ਵੀ ਮਿਲਦੇ ਹੋ ਉਨੀ ਵਾਰੀ ਬੇहद ਖੂਬਸੂਰਤ ਲੱਗਦੇ ਹੋ ਔਰ ਦਿਨ ਪ੍ਰਤੀ ਦਿਨ ਖੂਬਸੂਰਤੀ ਵੱਧਦੀ ਜਾ ਰਹੀ ਹੈ ਤੇ ਜਲਦੀ ਫਿਰ ਤੋਂ ਮੁਲਾਕਾਤ ਹੋਵੇਗੀ ਵੈਰੀ ਸੂਨ ਫਿਲਮ ਦੀ ਤੁਹਾਡੀ ਰਿਲੀਜ਼ ਦੇ ਉੱਪਰ ਥੈਂਕ ਯੂ ਐਸੀ ਕਿ ਮੇਰੇ ਨਾਲ ਹਿਮਾਂਸ਼ੀ ਖੁਰਾਨਾ ਜਲਦੀ ਫਿਰ ਤੋਂ ਤੁਹਾਡੇ ਸਾਰਿਆਂ ਨਾਲ ਮੁਲਾਕਾਤ ਹੋਵੇਗੀ ਅੱਜ ਲਈ ਇੰਨਾ ਹੀ ਜਲਦੀ ਫਿਰ ਤੋਂ ਮਿਲਦੇ ਹਾਂ ਸਤਿ ਸ਼੍ਰੀ ਅਕਾਲ